ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਤੋਂ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਇਹ ਪਾਵਨ ਬਾਣੀ ਤੀਜੇ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੁਆਰਾ ਉਚਾਰਿਤ ਬਾਣੀ, ਜਿਸ ਵਿੱਚ ਟੋਟਲ 40 ਪੌੜੀਆਂ ਹਨ ਔਰ ਆਮ ਤੌਰ 'ਤੇ ਜਦੋਂ ਕਿਸੇ ਸਮਾਗਮ ਦੀ ਸਮਾਪਤੀ ਹੁੰਦੀ ਹੈ, ਉਸ ਤੋਂ ਪਹਿਲਾਂ ਆਨੰਦ ਸਾਹਿਬ ਦਾ ਜਾਪ ਕੀਤਾ ਜਾਂਦਾ ਹੈ। ਪਹਿਲੀਆਂ 5 ਪੌੜੀਆਂ ਅਤੇ ਲਾਸਟ 6ਵੀਂ ਪੌੜੀ ਦਾ, 6 ਪੌੜੀਆਂ ਦਾ ਟੋਟਲ। ਪਹਿਲੀਆਂ 5 ਅਤੇ ਇੱਕ ਅਖੀਰਲੀ ਪੌੜੀ। ਐਸੀ ਮਰਿਆਦਾ ਜੋ ਪੰਥ ਆਗੂਆਂ ਨੇ ਸਥਾਪਿਤ ਕੀਤੀ। ਉਂਝ ਸਿੱਖਾਂ ਦੇ ਨਿਤਨੇਮ ਵਿੱਚ ਇਹ ਬਾਣੀ 40 ਪੌੜੀਆਂ ਦਾ ਜਾਪ ਗੁਰੂ ਪਾਤਸ਼ਾਹ ਦੀ ਹਿਦਾਇਤ ਹੈ। ਜੋ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਗੁਰੂਦੇਵ ਨੇ ਹੁਕਮ ਕੀਤਾ ਰੋਜ਼ ਦਾ ਨਿਤਨੇਮ ਹੈ, ਉਦੋਂ 40 ਪੌੜੀਆਂ ਦਾ ਹੀ ਪਾਠ ਕੀਤਾ ਜਾਂਦਾ ਹੈ। ਮਨ ਨੂੰ ਸ਼ਾਂਤੀ, ਪ੍ਰਭੂ ਪ੍ਰਾਪਤ ਲਈ ਮਾਰਗਦਰਸ਼ਨ ਇਹ ਬਾਣੀ ਦਾ ਮੁੱਖ ਮੂਲ ਵਿਸ਼ੇ ਹੈ। ਔਰ ਇਸ ਦੇ ਪ੍ਰਤੀ ਉਥਾਨਕਾਂ ਵਿੱਚ ਆਉਂਦਾ ਹੈ, ਪੁਰਾਤਨ ਸੰਪਰਦਾਇ ਟੀਕਿਆਂ ਵਿੱਚ ਹਵਾਲਾ ਆਉਂਦਾ ਹੈ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਛੋਟੇ ਬੇਟੇ ਬਾਬਾ ਮੋਹਰੀ ਜੀ ਦੇ ਘਰ ਸੰਤਾਨ ਹੋਈ ਤੇ ਸੰਗਤਾਂ ਨੇ ਆ ਕੇ ਗੁਰਦੇਵ ਨੂੰ ਵਧਾਈਆਂ ਦਿੱਤੀਆਂ, ਤੇ ਉਸ ਵਕਤ ਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸੱਚਾ ਆਨੰਦ ਗੁਰੂ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਵਿੱਚ ਹੈ। ਔਰ ਉਸ ਬਾਲਕ ਦਾ ਨਾਮ ਵੀ ਆਨੰਦ ਰੱਖਿਆ ਗਿਆ, ਜੋ ਬੜੇ ਹੀ ਤੇਜਸਵੀ ਮਹਾਂਪੁਰਸ਼ ਸਨ। ਸੰਸਾਰ ਤੋਂ ਉਪਰਾਮ ਪ੍ਰਭੂ ਚਰਨਾਂ ਵਿੱਚ ਸਦਾ ਹੀ ਲੀਨ ਰਹਿੰਦੇ ਸਨ। ਔਰ ਬੜਾ ਸਿੱਖ ਜਗਤ ਵਿੱਚ ਉਹਨਾਂ ਦਾ ਪ੍ਰਤਾਪ ਸੀ, ਉਹਨਾਂ ਦਾ ਬੜਾ ਹੀ ਆਦਰ ਸੀ, ਸਤਿਕਾਰ ਸੀ। ਆਓ ਜੁੜੀਏ ਬਾਣੀ ਦੀ ਵਿਚਾਰ ਨਾਲ।
गुरु पातशाह ਦੇ ਬਾਰੇ ਛੋਟੀ ਜਿਹੀ ਝਾਤ ਮੈਂ ਬੇਨਤੀ ਕਰਾਂ। ਪਾਤਸ਼ਾਹ ਦਾ ਜਨਮ 1479 ਵਿੱਚ ਹੋਇਆ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਤੇ ਤਕਰੀਬਨ 62 ਸਾਲ ਦੀ ਉਮਰ ਵਿੱਚ ਇਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਆਏ, ਕਿਉਂਕਿ ਅੰਦਰ ਆਤਮੇ ਗੁਰੂ ਦੀ ਤਲਾਸ਼ ਸੀ, ਤੇ ਉਹ ਤਲਾਸ਼ ਇਹਨਾਂ ਨੂੰ ਦੂਜੇ ਪਾਤਸ਼ਾਹ ਨਾਨਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਆਈ। ਉੱਥੇ ਤਕਰੀਬਨ 12 ਸਾਲ ਅੰਥਕ ਸੇਵਾ ਗੁਰੂ ਚਰਨਾਂ ਵਿੱਚ ਲੀਨ ਹੋ ਕੇ ਇਹਨਾਂ ਨੇ ਨਿਭਾਈ, ਤੇ ਸਰੀਰ ਤਿਆਗਣ ਤੋਂ ਪਹਿਲੇ ਦੂਜੇ ਪਾਤਸ਼ਾਹ ਦੂਜੇ ਨਾਨਕ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹ ਪਾਵਨ ਜੋਤ ਗੁਰੂ ਜੋਤੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਟਿਕਾ ਦਿੱਤੀ, ਤੇ 74 ਸਾਲ ਦੀ ਉਮਰ ਵਿੱਚ ਗੁਰੂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਔਰ ਤਕਰੀਬਨ 22 ਸਾਲ ਇਹ ਸੇਵਾ ਗੁਰਤਾ ਦੀ ਨਿਭਾਈ, ਤੇ 1574 ਦੇ ਆਸ-ਪਾਸ ਗੁਰੂ ਪਾਤਸ਼ਾਹ ਨੇ ਤਕਰੀਬਨ 95 ਸਾਲ ਦੀ ਉਮਰ ਵਿੱਚ ਸਰੀਰ ਤਿਆਗਿਆ, ਤੇ ਸਰੀਰ ਤਿਆਗਣ ਤੋਂ ਪਹਿਲੇ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜੋ ਉਸ ਵਕਤ ਭਾਈ ਜੇਠਾ ਜੀ ਕਰਕੇ ਜਾਣੇ ਜਾਂਦੇ ਸਨ, ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਆਓ ਜੁੜੀਏ ਪਾਵਨ ਬਾਣੀ ਦੀ ਵਿਚਾਰ ਨਾਲ। ਰਾਮਕਲੀ ਰਾਗ ਵਿੱਚ ਇਹ ਬਾਣੀ ਉਚਾਰਿਤ ਹੈ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮਕਲੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ 31 ਰਾਗਾਂ ਵਿੱਚੋਂ ਇਹ ਰਾਮਕਲੀ ਰਾਗ ਹੈ, ਔਰ ਤੀਜੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਿਤ ਹੋਣ ਕਰਕੇ ਮਹੱਲਾ ਤੀਜਾ ਇਸ਼ਾਰਾ ਹੈ ਤੀਜਾ ਸ਼ਰੀਰ ਗੁਰੂ ਨਾਨਕ ਜੋਤ ਦਾ। ਆਨੰਦ ਟਾਈਟਲ ਹੈ ਬਾਣੀ ਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਵਾਹਿਗੁਰੂ, ਜੋ ਸ੍ਰਿਸ਼ਟੀ ਦਾ ਕਰਤਾ ਹਰਤਾ ਤੇ ਭਰਤਾ, ਉਹ ਆਪ ਹੈ। ਓੰਕਾਰ ਉਸ ਦਾ ਸਰਗੁਣ ਨਿਰਾਕਾਰ ਸਰੂਪ ਹੈ। ਉਸ ਓਂਕਾਰ ਸ਼ਬਦ ਬਹੁਤ ਪੁਰਾਤਨ ਕਾਲ ਤੋਂ ਵੇਦਾਂ ਸ਼ਾਸਤਰਾਂ ਵਿੱਚ ਵੀ ਆਇਆ ਹੈ। ਉਸ ਤੋਂ ਭਾਵ ਹੈ ਤਿੰਨਾਂ ਕਾਲਾਂ ਤੋਂ ਰਹਿਤ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਜੋ ਤਿੰਨਾਂ ਕਾਲਾਂ ਤੋਂ ਅਤੀਤ ਹੈ, ਭੂਤ, ਵਰਤਮਾਨ ਤੇ ਭਵਿੱਖਤ। ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ। ਤਿੰਨਾਂ ਅਵਸਥਾਵਾਂ ਸੁਪਨ, ਜਾਗਰਤ, ਸੁਖੋਪਤੀ, waking state, dream state and deep sleep state, ਇਹ ਤਿੰਨਾਂ ਸਟੇਟਸ ਵਿੱਚ ਵੀ ਉਹ ਮੌਜੂਦ ਹੋ ਕੇ ਇਹਨਾਂ ਤੋਂ ਵੱਖ ਅਤੀਤ ਹੈ। ਤਿੰਨਾਂ ਅਵਸਥਾਵਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਤੋਂ ਅਤੀਤ ਹੈ, ਔਰ ਸਰਵਵਿਆਪੀ ਹੈ। ਹਰ ਕਾਲ, ਹਰ ਸਮੇਂ, ਹਰ ਦੇਸ਼ ਵਿੱਚ ਮੌਜੂਦ ਹੈ। ਇੱਕ ਓਂਕਾਰ ਤੇ ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਉਹ ਜੋ ਸਦੀਵੀ ਸਤ ਹੈ, ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਸਤਿਗੁਰ ਪ੍ਰਸਾਦ ਇਸ ਸੰਖੇਪ ਵਿੱਚ ਮੰਗਲਾਚਰਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੇਰਾ ਅੰਤਿਸ਼ਕਰਨ ਖਿਲ ਉਠਿਆ, ਆਨੰਦਿਤ ਹੋ ਗਿਆ। ਕਦੋਂ? ਜਦੋਂ ਮੈਨੂੰ ਸਤਿਗੁਰ ਦੀ ਪ੍ਰਾਪਤੀ ਹੋਈ, ਜਿਸ ਨੇ ਮੈਨੂੰ ਗਿਆਨ ਪ੍ਰਾਪਤ ਕਰਾਇਆ। ਸਤਿਗੁਰ ਤੋਂ ਭਾਵ ਹੁੰਦਾ ਹੈ, ਗੁਰੂ ਸ਼ਬਦ ਦੇ ਵੀ ਅਰਥ ਸਮਝ ਲਈਏ
ਗੂ ਮੈਨੇ ਹੁੰਦਾ ਹੈ ਅੰਧੇਰਾ, ਰੂ ਮੈਨੇ ਹੁੰਦਾ ਹੈ ਪ੍ਰਕਾਸ਼। ਜੋ ਅਗਿਆਨ ਦੇ ਅੰਧੇਰੇ ਤੋਂ ਗਿਆਨ ਦੇ ਪ੍ਰਕਾਸ਼ ਵਿੱਚ ਲੈ ਜਾਏ, ਉਹ ਹੁੰਦਾ ਹੈ ਗੁਰੂ। The one who takes us from darkness of ignorance to the light of knowledge is Guru। ਇਹ ਦੁਨਿਆਵੀ ਗਿਆਨ ਦੀ ਗੱਲ ਨਹੀਂ ਹੈ, ਇਹ ਰੱਬੀ ਗਿਆਨ ਦੀ ਗੱਲ ਹੈ। ਦੁਨਿਆਵੀ ਗਿਆਨ ਤੇ ਸਾਨੂੰ ਬੰਧਨਾਂ ਵਿੱਚ ਪਾਉਂਦਾ ਹੈ, entangles us। The worldly knowledge entangles us in the worldly affairs। ਬੰਧਨਾਂ ਵਿੱਚ ਪਾਉਂਦਾ ਹੈ, ਪਰ ਰੱਬੀ ਗਿਆਨ ਸਾਨੂੰ ਬੰਧਨ ਮੁਕਤ ਕਰਦਾ ਹੈ। ਤਾਂ ਬਹੁਤ ਫਰਕ ਹੈ। ਇਹ ਉਹ ਗੁਰੂ ਜੋ ਹੈ ਉਹ ਸੱਚਾ ਗਿਆਨ ਕਰਾਂਦਾ ਹੈ, ਜਿਹੜਾ ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿੰਦਾ ਹੈ। ਕੇਵਲ ਸੰਸਾਰਿਕ ਬੰਧਨਾਂ ਤੋਂ ਨਹੀਂ, ਜੀਵਨ ਦੇ ਕਾਲ ਚੱਕਰ ਤੋਂ ਹੀ ਬਾਹਰ ਕੱਢ ਲੈਂਦਾ ਹੈ। ਉਹ ਹੈ ਗੁਰੂ ਦਾ ਸੱਚਾ ਗਿਆਨ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਆਨੰਦ ਭਇਆ ਮੇਰਾ ਹਿਰਦੇ ਖਿੜ ਉੱਠਿਆ। ਹੁਣ ਇਸ ਆਨੰਦ ਨੂੰ ਵੀ ਸਮਝ ਲੈਣਾ, ਇਹ ਆਨੰਦ ਵੀ ਇੱਕ ਅਵਸਥਾ ਹੈ। ਇਹ ਸੁੱਖ ਦਾ ਨਾਂ ਨਹੀਂ, ਨਾ ਹੀ ਇਹ ਦੁੱਖ ਦਾ ਨਾਮ ਹੈ। ਸੁੱਖ ਦੁੱਖ ਤੋਂ ਰਹਿਤ ਅਵਸਥਾ, ਉਸ ਤੋਂ ਉੱਤੇ ਜਨਮ ਮਰਨ ਤੋਂ ਰਹਿਤ ਅਵਸਥਾ, ਜ਼ਿੰਦਗੀ ਔਰ ਮੌਤ ਦੇ ਡਰ ਤੋਂ ਰਹਿਤ ਅਵਸਥਾ, ਨਫੇ ਔਰ ਨੁਕਸਾਨ ਤੋਂ ਉੱਤੇ ਅਵਸਥਾ, ਜੋ ਸਾਰੀਆਂ ਅਵਸਥਾਵਾਂ ਵਿੱਚ ਸਮ ਕਰਕੇ ਰਹਿੰਦਾ ਹੈ। ਜਿਹੜੀ ਅਵਸਥਾ ਸਮ ਅਵਸਥਾ ਹੈ, ਉਸ ਦਾ ਨਾਮ ਹੈ ਆਨੰਦ। ਉਸ ਦੇ ਸਰੂਪ ਦਾ ਗਿਆਨ, ਉਸ ਦੇ ਸਰੂਪ ਵਿੱਚ ਟਿਕ ਕੇ ਰਹਿਣ ਜਿਹੜੀ ਪ੍ਰਾਪਤੀ ਹੁੰਦੀ ਹੈ, ਉਹ ਜੋ ਖੁਸ਼ੀ, ਉਹ ਜੋ ਮਾਹ ਅੰਦਰ ਜਾਗਦਾ ਹੈ, ਜਿਹਦੇ ਵਿੱਚ ਕੋਈ ਨਫਾ ਨਹੀਂ, ਕੋਈ ਨੁਕਸਾਨ ਨਹੀਂ, ਕੋਈ ਜਨਮ ਨਹੀਂ, ਕੋਈ ਮਰਨ ਨਹੀਂ, ਬਸ ਆਨੰਦ ਹੀ ਆਨੰਦ ਹੈ, ਬਰਕਤ ਹੀ ਬਰਕਤ ਹੈ, ਬਖਸ਼ਿਸ਼ ਹੀ ਬਖਸ਼ਿਸ਼ ਹੈ। ਉਹ ਅਵਸਥਾ ਮੇਰੇ ਪਾਤਸ਼ਾਹ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ। ਇੱਥੇ ਮਾਏ ਸ਼ਬਦ ਕੇਵਲ ਮਾਂ ਵਾਸਤੇ ਨਹੀਂ, ਉਸ ਸੰਤ ਜਨਾਂ ਜਿਹੜੇ ਜਿਗਿਆਸੂ ਨੇ ਜਾਂ ਜਿਹੜੇ ਉਸ ਮਾਰਗ ਤੇ ਚੱਲ ਪਏ ਨੇ, ਉਹਨਾਂ ਵੱਲ ਇਸ਼ਾਰਾ ਕਰਦੇ ਗੁਰਦੇਵ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰੂ ਨੂੰ ਪਾਇਆ, ਮੇਰਾ ਸਤਿਗੁਰ ਨਾਲ ਮਿਲਾਪ ਹੋਇਆ, ਤੇ ਉਸਨੇ ਮੇਰੀ ਅੰਤਰਾਤਮੇ ਆਨੰਦ ਦੀ ਅਵਸਥਾ ਬਣਾ ਦਿੱਤੀ। ਮੈਨੂੰ ਉਸ ਦਵੈਤ ਤੋਂ ਬਾਹਰ ਕੱਢ ਕੇ ਇਕੱਤਵ ਦੀ ਦਾ ਸਾਖਸ਼ਾਤਕਾਰ ਕਰਾ ਦਿੱਤਾ। ਉਹ ਆਨੰਦ, ਉਹ ਸਤਿਗੁਰੂ ਮੈਨੂੰ ਮਿਲਿਆ ਜਿਸ ਨੇ ਮੈਨੂੰ ਆਨੰਦਿਤ ਕਰ ਦਿੱਤਾ। ਉਹ ਗੁਰੂ ਨਾਨਕ ਦੀ ਤੀਜੀ ਜੋਤ, ਦੂਜੀ ਜੋਤ, ਜਿਸ ਨੇ ਉਸ ਪ੍ਰਭੂ ਨਾਲ ਇੱਕ ਮਿਕ ਕਰ ਦਿੱਤਾ। ਉਹ ਸਤਿਗੁਰੂ ਮੈਨੂੰ ਮਿਲਿਆ, ਮੈਨੂੰ ਆਨੰਦ ਦੀ ਪ੍ਰਾਪਤੀ ਹੋਈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹਨੂੰ ਸਤਿਗੁਰੂ ਕਿਵੇਂ ਮਿਲਿਆ? ਬਾਣੀ ਵਿੱਚ ਬੜਾ ਸਪਸ਼ਟ ਆਉਂਦਾ ਹੈ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਖਾਲੀ ਬਾਹਰੀ ਰੂਪ ਸਤਿਗੁਰ ਦਾ ਨਹੀਂ, ਉਸ ਦੇ ਅੰਦਰ ਦੀ ਜੋਤ ਤੱਕ ਪਹੁੰਚ ਜਾਣਾ, ਉਸ ਦੇ ਉਸ ਸਤ ਸਰੂਪ ਨੂੰ ਜਾਣ ਲੈਣਾ, ਉਸ ਦੇ ਉਪਦੇਸ਼ ਨਾਲ ਇੱਕ ਮਿਕ ਹੋ ਜਾਣਾ, ਉਸ ਦੀ ਰਜਾ ਵਿੱਚ ਆਪਣੀ ਰਜਾ ਇੱਕ ਸੁਰ ਕਰ ਲੈਣੀ, ਆਪਣੀ ਹਉਮੈ ਹੰਕਾਰ ਨੂੰ ਮਿਟਾ ਦੇਣਾ, ਇਹ ਹੁੰਦਾ ਸਤਿਗੁਰੂ ਪਾਣਾ। ਤੇ ਪਾਤਸ਼ਾਹ ਇਸ਼ਾਰਾ ਕਰ ਰਹੇ ਨੇ, ਸਤਿਗੁਰਤਾ ਪਾਇਆ। ਕਿਵੇਂ ਪਾਇਆ ਭਾਈ ਸਤਿਗੁਰੂ? ਇੱਕ ਸੁਭਾਵਿਕ ਸਵਾਲ ਹੋਏਗਾ ਕਿ ਆਪ ਨੂੰ ਸਤਿਗੁਰੂ ਕਿਵੇਂ ਮਿਲਿਆ? ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ ਤੇ ਬਹੁਤਿਆਂ ਨੇ ਕੀਤੇ, ਗੁਰੂ ਨਾਨਕ ਦੇ ਦਰਸ਼ਨ ਤੇ ਬਹੁਤਿਆਂ ਨੇ ਕੀਤੇ, ਪਰ ਪ੍ਰਾਪਤੀ ਤੇ ਕਿਸੇ ਵਿਰਲੇ ਨੂੰ ਹੋਈ ਨਾ। ਪਾਤਸ਼ਾਹ ਕਹਿੰਦੇ ਨੇ, ਸਤਿਗੁਰਤਾ ਪਾਇਆ ਸਹਿਜ ਸੇਤੀ। ਸਹਿਜ ਅਵਸਥਾ ਵਿੱਚ ਆ ਕੇ ਉਹਨੇ ਸਹਿਜ ਸਮਝ ਲੈਣਾ। ਸਹਿਜ ਕੀ ਹੈ?
सहज है मन दा टिकाव, सहज है समाधि अवस्था, सहज है अडोल अवस्था, ज्ञान अवस्था। सतगुरता पाया सहज सिद्धि। गुरुदेव धन गुरु अमरदास पातशाह श्री गुरु ग्रंथ साहब की बाणी विच आप कृपा करते हैं। रजगुण तमगुण सतगुण कहिए ये तेरी सब माया, ये माया है। रजोगुणी व्यवहार, तमोगुणी व्यवहार, सतोगुणी व्यवहार, है सब माया है। कोई कभी मेरा व्यवहार सतोगुणी है तो मैं परमात्मा नूं पा लांगा, नहीं, इस तो भी उत्ते उठना है। शुद्ध सतोगुणी अवस्था, शुद्ध निर्विकल्प निरिच्छित अवस्था, कोई इच्छा नहीं, कोई इच्छा नहीं। सहज अवस्था पातशाह बख्शिश करते हैं। त्रै गुना में सहज ना मिले, तिना गुना में सहज नहीं मिलता। भावें तो सतोगुणी भी हो जाए, सहज अवस्था उस तो उत्ते है। त्रै गुना में सहज ना मिले, त्रै गुण भरम भुलाए, गाविए सुनिए क्या कथिए, जो मुड्ढों कुत्था जाए, चौथे पद में सहज है। चौथी अवस्था वो केड़ी है? तुरी अवस्था। स्वपन, जागृत, सुषुप्ति, अवेकनिंग, ड्रीम एंड डीप स्लीप स्टेट तो उत्ते वो समाधि अवस्था, वो शुद्ध सतोगुणी अवस्था जिहदे विच कोई संकल्प बाकी नहीं रह गया, जिन्हों कहते हैं शास्त्री भाषा विच निर्विकल्प समाधि। वो है चौथी अवस्था। चौथे पद में उत्थे जाके सहज प्राप्त होता है। तो सहज अवस्था विच सतगुर दे दीदार होंदे हैं। उस चौथे अवस्था ताई पातशाह ने बानी च किया है, सतगुर नो सब को देखदा, जेता जगत संसार, डिठे मुकत ना होवई, जिचर शब्द ना करे विचार। जब तक गुरु उपदेश, विचार में शब्द मैंने गुरु उपदेश, जब तक गुरु उपदेश दी विचार नहीं करेगा तो विचार कितनी गहरी कि वो गुरु उपदेश तेरे जीवन की रोह रीति बन जाए, तेरे जीवन का ढंग हो जाए, तेरा समर्पण पूर्ण हो जाए। वो अवस्था सतगुरता पाया सहज सेती, तो फिर की होया? मन वजियां वाधाइयां, मन अंदर ਵਧਾਈਆਂ ਵਜੀਆਂ, खुशियां हुई, उमा होए, खेड़े होए। ये वो खेड़ा नहीं जिहड़ा होने आया होने चला गया, वो टैंपरेरी सुख नहीं, वो सदीवी सुख, सुख मनी सुख, अमृत अमृत सुख मिलिया। वो ਵਧਾਈਆਂ वजियां, मन वजियां ਵਧਾਈਆਂ। तो फिर उस अवस्था विच की होया? अनेकां राग रागनियां परिवारां सहित इस अनुभव के देश च लै गए। वो अवस्था इस अनुभव के देश लै गई जिथे अनेकां राग रानियां, जिवें जपजी साहिब पातशाह ने कहा है, सो दर केहा सो कर केहा, जित बह सर्व समाले, वाजे तेरे नाद अनेक असंखा, केते तेरे वावन हारे। केते राग परिस्यो कहिए, केते गावन हारे, गावे तोहनो पौन पानी, बैसंतर गावे राजा धर्म दुआरे। इत्थे धर्मराज भी उसके गीत गा रहा है, अग्नि भी उसके गीत गा रही है, पानी भी उसके गीत गा रहा है, हवा भी उसके गीत गा रही है। वो अनुभव का देश, वो अनुभव का देश। कई बारी संत गुरुद्वारे बैठिया भी कीर्तन तो ध्यान हट जाता, पता ही नहीं चलता कि तुक भाई साहब पढ़ रहे हैं। पर वो देश है अनुभव का, जिथे जरा जरा उस परमेश्वर की कीर्ति गायन करता सुनाई देता है।
ਪੱਤੇ ਪੱਤੇ ਵਿੱਚ ਉਸ ਦਾ ਸੰਗੀਤ ਉੱਠਦਾ ਦਿਖਾਈ ਦਿੰਦਾ। ਪੰਛੀਆਂ ਦੀ ਚਹਿਕ ਵਿੱਚ ਉਸ ਦੇ ਗੀਤ ਗੂੰਜਦੇ ਨੇ। ਪਾਣੀ ਦੀ ਕਰਤਲ ਵਹਿਣ ਵਿੱਚ ਉਸ ਦਾ ਨਾਦ ਸੁਣਾਈ ਦਿੰਦਾ ਹੈ। ਹਵਾ ਉਸ ਦਾ ਸੰਗੀਤ, ਉਸਦੇ ਸਾਜ਼ ਵਜਾ ਰਹੀ ਹੈ। ਅਗਨੀ ਵੀ ਉਸ ਦੇ ਗੀਤ ਗਾ ਰਹੀ ਹੈ। ਐਸਾ ਅਨੁਭਵੀ ਦੇਸ਼ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਤੁਸੀਂ ਵੀ ਉੱਠੋ, ਗਾਵੋ ਹੈ ਸ਼ਬਦ ਇੱਥੇ ਸ਼ਬਦ ਹੈ ਗਾਵੋ। ਗਾਵੋ ਤੋਂ ਭਾਵ ਹੈ ਤੁਸੀਂ ਵੀ ਗਾਵੋ। ਜਿਸ ਤਰ੍ਹਾਂ ਸਾਰਾ ਪੂਰੀ ਸ੍ਰਿਸ਼ਟੀ ਉਸ ਦਾ ਨਾਦ ਗਾ ਰਹੀ, ਉਸ ਦੇ ਗੀਤ ਗਾ ਰਹੀ ਹੈ, ਤੁਸੀਂ ਵੀ ਉੱਠੋ, ਆਪਣੀ ਮਨੋ ਅਵਸਥਾ ਨੂੰ ਉੱਚਾ ਲੈ ਚੱਲੋ, ਉਸ ਦੇ ਗੀਤ ਗਾਓ, ਉਸ ਦੀ ਉਸਤਤੀ ਗਾਇਨ ਕਰੋ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਗੀਤ ਵਸ ਗਿਆ ਨਾ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਆਨੰਦ ਜਦੋਂ ਸਤਿਗੁਰ ਦੀ ਪ੍ਰਾਪਤੀ ਹੋਈ ਤੇ ਉਸਨੇ ਆਨੰਦ ਅਵਸਥਾ ਬਣਾ ਦਿੱਤੀ। ਤੇ ਸਤਿਗੁਰ ਦੀ ਪ੍ਰਾਪਤੀ ਕਦੋਂ ਹੋਈ? ਜਦੋਂ ਮਨ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਤੋਂ ਉੱਚੇ ਉੱਠ ਕੇ ਚੌਥੀ ਅਵਸਥਾ ਵਿੱਚ ਟਿਕ ਗਿਆ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ ਪਿਆਰੀ ਸਾਧ ਸੰਗਤ। ਗੁਰੂ ਪਾਤਸ਼ਾਹ ਰਹਿਮਤ ਕਰਨ, ਤਰਸ ਕਰਨ, ਪੜ੍ਹਿਆ ਸੁਣਿਆ ਸਾਡੇ ਹਿਰਦਿਆਂ ਵਿੱਚ ਵਸੇ। ਸਾਡੇ ਲਈ ਵੀ ਅਰਦਾਸ ਕਰਨੀ, ਗੁਰੂ ਪਾਤਸ਼ਾਹ ਇਹ ਸੇਵਾ ਲੈਂਦਾ ਰਹੇ। ਯਤਨ ਹੋਏਗਾ ਸਹਿਜੇ ਸਹਿਜੇ ਇਸ ਬਾਣੀ ਦੀ ਵਿਚਾਰ ਕਰੀਏ। ਬੜੀ ਮਨੋਹਰ ਬਾਣੀ ਹੈ, ਜਿਸ ਵਿੱਚ ਬ੍ਰਹਮ ਦਾ ਗਿਆਨ ਗੁਰਦੇਵ ਨੇ ਸਾਡੇ ਸੰਸਾਰਿਕ ਜੀਵਾਂ ਲਈ ਉੰਡੇਲ ਕੇ ਰੱਖ ਦਿੱਤਾ ਹੈ। ਆਪਣੀਆਂ ਬਰਕਤਾਂ ਰੱਖ ਦਿੱਤੀਆਂ ਨੇ, ਆਪਣੀਆਂ ਬਖਸ਼ਿਸ਼ਾਂ ਰੱਖ ਦਿੱਤੀਆਂ ਨੇ। ਹੁਣ ਦੇਖਣਾ ਹੈ ਕਿ ਸਾਡੀ ਝੋਲੀ ਕਿੱਡੀ ਕੁ ਹੈ। ਗੁਰੂ ਨੇ ਤੇ ਰਹਿਮਤ ਵਰਸਾਈ ਹੈ, ਹੁਣ ਸਾਡੀ ਝੋਲੀ ਵਿੱਚ ਕਿੰਨਾ ਕੁ ਅਸੀਂ ਸਮੇਟ ਸਕਨੇ ਹਾਂ, ਇਹ ਸਾਡੇ ਤੇ ਹੈ। ਜੁੜੋ ਪਿਆਰ ਨਾਲ ਤੇ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।